ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਨੂੰ ਦੁੱਗਣਾ ਕਰਨ ਦੀ ਤਿਆਰੀ, ਓਨਟਾਰੀਓ ਕਰੇਗਾ $25 ਮਿਲੀਅਨ ਖਰਚ। 5 ਸੂਬਿਆਂ ਤੋਂ ਇਮੀਗ੍ਰੇਸ਼ਨ ਦੀ ਵੱਡੀ ਖਬਰ, ਕਈ ਉਮੀਦਵਾਰਾਂ ਨੂੰ ਮਿਲੇ ਸੱਦੇ। ਖੇਤਾਂ ਵਿੱਚ ਕੰਮ ਕਰਨ ਵਾਲਿਆਂ ਦੀ ਕਮੀ, ਰਿਪੋਰਟ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ। ਕਰੋਨਾ ਮਾਮਲਿਆਂ ਵਿੱਚ ਵਾਧਾ, ਨੋਵਾ ਸਕੋਸ਼ੀਆ ਤੋਂ ਆਈ ਜਾਣਕਾਰੀ। ਇਮੀਗ੍ਰੇਸ਼ਨ ਨੂੰ ਦੁੱਗਣਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਓਨਟਾਰੀਓ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਭਾਵ ਕਿ ਓਨਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਜ਼ਿਆਦਾ ਰਕਮ ਖਰਚ ਕੀਤੀ ਜਾਏਗੀ ਤਾਂ ਕਿ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਸੁਧਾਰ ਲਿਆਂਦਾ ਜਾਵੇ ਅਤੇ ਹੋਰ ਵੀ ਬਿਹਤਰੀ ਵਾਸਤੇ ਕਦਮ ਚੁੱਕੇ ਜਾਣ। ਇਸ ਬਾਰੇ ਕੀ ਹੈ ਪੂਰੀ ਜਾਣਕਾਰੀ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸਕਿਲਡ ਇਮੀਗ੍ਰੇਸ਼ਨ ਇਨਟੇਕ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਓਨਟਾਰੀਓ ਸੂਬੇ ਦੇ ਨਾਲ ਜੁੜੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਓਨਟਾਰੀਓ ਵੱਲੋਂ ਅਗਲੇ 3 ਸਾਲਾਂ ਵਾਸਤੇ $25 ਮਿਲੀਅਨ ਇਨਵੈਸਟ ਕੀਤੇ ਜਾਣਗੇ ਤਾਂ ਕਿ ਓਨਟਾਰੀਓ ਦੇ ਸਕਿਲਡ ਇਮੀਗ੍ਰੈਂਟ ਇਨਟੇਕ ਨੂੰ ਦੁੱਗਣਾ ਕੀਤਾ ਜਾਵੇ। ਦੱਸਦੀਏ ਕਿ ਸੂਬੇ ਵਿੱਚ ਆਰਥਿਕਤਾ ਅੰਦਰ ਸੁਧਾਰ ਲਿਆਉਣ ਵਾਸਤੇ ਤੇ ਲੇਬਰ ਦੀ ਘਾਟ ਨੂੰ ਪੂਰਾ ਕਰਨ ਸੰਬੰਧੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਓਨਟਾਰੀਓ ਉਹਨਾਂ ਤਮਾਮ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਜ਼ਿਆਦਾਤਰ ਇਮੀਗ੍ਰੈਂਟਸ ਆਉਂਦੇ ਹਨ। ਸਾਲ 2025 ਤੱਕ ਇੱਥੇ ਵੱਧ ਤੋਂ ਵੱਧ ਇਮੀਗ੍ਰੈਂਟਸ ਦੇ ਸਵਾਗਤ ਦਾ ਟਾਰਗੇਟ ਰੱਖਿਆ ਗਿਆ ਹੈ। ਓਨਟਾਰੀਓ ਦੀ ਵੈਬਸਾਈਟ ਦੇ ਉੱਪਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਨਵੀਂ ਇਨਵੈਸਟਮੈਂਟ ਦੇ ਨਾਲ ਕੀ ਫਾਇਦਾ ਹੋਣ ਵਾਲਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਤੇ ਕੰਮ ਹੋਰ ਵੀ ਜ਼ਿਆਦਾ ਪ੍ਰੋਫੈਸ਼ਨਲੀ ਹੋਵੇਗਾ। ਦੱਸਿਏ ਕਿ ਓਨਟਾਰੀਓ ਵਿੱਚ ਸਕਿਲਡ ਵਰਕਰ ਵਾਸਤੇ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਅਤੇ ਓਨਟਾਰੀਓ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਖਾਸ ਹਨ, ਜਿਸ ਰਾਹੀਂ ਸਕਿਲਡ ਵਰਕਰਸ ਨੂੰ ਮੌਕਾ ਦਿੱਤਾ ਜਾਂਦਾ ਹੈ। ਓਨਟਾਰੀਓ ਵਿੱਚ ਸਾਲ 2023 ਦਾ ਜੋ ਬਜਟ ਪੇਸ਼ ਕੀਤਾ ਗਿਆ, ਉੱਥੇ ਓਨਟਾਰੀਓ ਨੂੰ ਹੋਰ ਮਜ਼ਬੂਤ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ, ਜਿਸ ਤਹਿਤ $25 ਮਿਲੀਅਨ ਇਨਵੈਸਟ ਕੀਤੇ ਜਾਣਗੇ। 5 ਸੂਬਿਆਂ ਨੇ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਵੱਡਾ ਐਲਾਨ ਕੀਤਾ, ਜਿੱਥੇ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। 5 ਸੂਬਿਆਂ ਵੱਲੋਂ PNP ਡਰਾਅ ਕੱਢੇ ਗਏ, ਜਿਸ ਤਹਿਤ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਈ। 5 ਸੂਬਿਆਂ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ 5 ਸੂਬਿਆਂ ਵੱਲੋਂ ਕਈ ਸੱਦੇ ਜਾਰੀ ਕੀਤੇ ਗਏ। ਓਨਟਾਰੀਓ, ਕਿਊਬਿਕ, ਬ੍ਰਿਟਿਸ਼ ਕੋਲੰਬੀਆ, ਨਿਊ ਬਰਨਸਵਿਕ ਤੇ ਐਲਬਰਟਾ ਵੱਲੋਂ ਦੱਸਿਆ ਗਿਆ ਕਿ PNP ਪ੍ਰੋਗਰਾਮ ਜ਼ਰੀਏ ਉਹਨਾਂ ਵੱਲੋਂ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਹਨ। ਦੱਸ ਦਈਏ ਕਿ ਇਹ PNP ਦੇ ਡਰਾਅ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਕੱਢੇ ਗਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਓਨਟਾਰੀਓ ਸੂਬੇ ਦੀ। ਓਨਟਾਰੀਓ ਪ੍ਰੋਵਿੰਸ ਵੱਲੋਂ 883 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ, ਜੋ ਕਿ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਸਨ। ਦੱਸ ਦਈਏ ਕਿ ਜੋ ਡਰਾਅ ਉਹਨਾਂ ਨੇ ਐਲਾਨ ਕੀਤੇ, ਉਹਨਾਂ ਦੀ ਤਾਰੀਖ 4 ਅਪ੍ਰੈਲ ਸੀ। ਇਸ ਤੋਂ ਬਾਅਦ 772 ਉਮੀਦਵਾਰਾਂ ਨੂੰ ਮਾਸਟਰਸ ਗ੍ਰੈਜੂਏਟ ਸਟਰੀਮ ਅਧੀਨ ਇਨਵੀਟੇਸ਼ਨ ਮਿਲੇ, ਜਿਸ ਵਾਸਤੇ ਉਹਨਾਂ ਨੂੰ 52 ਸਕੋਰਸ ਦੀ ਜ਼ਰੂਰਤ ਰਹੀ। ਗ੍ਰੈਜੂਏਟ ਸਟਰੀਮ ਕੈਂਡੀਡੇਟਸ ਨੂੰ 131 ਇਨਵੀਟੇਸ਼ਨ ਜਾਰੀ ਹੋਏ ਤੇ ਸਕੋਰ 48 ਚਾਹੀਦੇ ਸਨ। ਇਸ ਤੋਂ ਇਲਾਵਾ ਓਨਟਾਰੀਓ ਵੱਲੋਂ ਹਾਲ ਹੀ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ, ਜਿਸ ਦੇ ਨਾਲ ਦੱਸਿਆ ਗਿਆ ਹੈ ਕਿ ਸਕਿਲਡ ਇਮੀਗ੍ਰੈਂਟਸ ਦੇ ਸੰਬੰਧ ਵਿੱਚ ਉਹਨਾਂ ਵੱਲੋਂ $25 ਮਿਲੀਅਨ ਅਗਲੇ 3 ਸਾਲਾਂ ਤੱਕ ਖਰਚ ਕੀਤੇ ਜਾਣਗੇ। ਹੁਣ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ। ਇਸ ਪ੍ਰੋਵਿੰਸ ਵੱਲੋਂ 4 ਅਪ੍ਰੈਲ ਨੂੰ ਡਰਾਅ ਕੱਢਿਆ ਗਿਆ, ਜਿਸ ਵਿੱਚ 175 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। 175 ਉਮੀਦਵਾਰ ਜਨਰਲ ਡਰਾਅ ਵਿੱਚੋਂ ਸਨ। ਇਹਨਾਂ ਨੂੰ 103 ਸਕੋਰਸ ਦੀ ਜ਼ਰੂਰਤ ਰਹੀ। ਇੰਟਰਨੈਸ਼ਨਲ ਗ੍ਰੈਜੂਏਟ ਮਿਨੀਮਮ CRS ਸਕੋਰ 103 ਜ਼ਰੂਰੀ ਰਿਹਾ। ਇਸ ਤੋਂ ਇਲਾਵਾ ਸੂਬੇ ਨੇ ਕਿਹਾ ਕਿ 17 ਸੱਦੇ ਅਰਲੀ ਚਾਈਲਡਹੁੱਡ ਐਜੂਕੇਟਰਸ ਤੇ ਅਸਿਸਟੈਂਟਸ ਨੂੰ ਮਿਲੇ, ਜਿਸ ਵਾਸਤੇ 60 ਅੰਕਾਂ ਦੀ ਜ਼ਰੂਰਤ। 6 ਹੈਲਥਕੇਅਰ ਵਰਕਰਸ ਜੋ ਕਿ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਦੇ ਨਾਲ ਜੁੜੇ ਹੋਏ ਸਨ, ਉਹਨਾਂ ਨੂੰ 60 ਅੰਕਾਂ ਦੀ ਜ਼ਰੂਰਤ ਰਹੀ। ਕਿਊਬਿਕ ਸੂਬੇ ਦੀ ਗੱਲ ਕੀਤੀ ਜਾਵੇ ਤਾਂ 30 ਅਪ੍ਰੈਲ ਨੂੰ ਕਿਊਬਿਕ ਪ੍ਰੋਵਿੰਸ ਵੱਲੋਂ ਕਿਊਬਿਕ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 619 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਨਿਊ ਬਰਨਸਵਿਕ ਪ੍ਰੋਵਿੰਸ ਵੱਲੋਂ 4 ਅਪ੍ਰੈਲ ਨੂੰ ਡਰਾਅ ਕੱਢਿਆ ਗਿਆ, ਜਿਸ ਵਿੱਚ ਉਹਨਾਂ ਨੇ 186 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਹਨ। ਐਲਬਰਟਾ ਪ੍ਰੋਵਿੰਸ ਵੱਲੋਂ 30 ਮਾਰਚ ਨੂੰ ਜੋ ਡਰਾਅ ਕੱਢਿਆ ਗਿਆ, ਉਸ ਵਿੱਚ 150 ਉਮੀਦਵਾਰਾਂ ਨੂੰ ਐਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਜ਼ਰੀਏ ਇਨਵੀਟੇਸ਼ਨ ਦਿੱਤੇ ਗਏ। ਖੇਤਾਂ ਵਿੱਚ ਕੰਮ ਕਰਨ ਵਾਲਿਆਂ ਦੀ ਕਮੀ ਆਏਗੀ, ਕਿਉਂਕਿ ਸਾਲ 2033 ਤੱਕ ਬਹੁਤ ਸਾਰੇ ਲੋਕ ਰਿਟਾਇਰਮੈਂਟ ਲੈਣ ਜਾ ਰਹੇ ਨੇ। ਇਸ ਬਾਰੇ ਸਾਰੀ ਜਾਣਕਾਰੀ ਰਿਪੋਰਟ ਦੇ ਵਿੱਚ ਸਾਹਮਣੇ ਆਈ ਤੇ ਨਾਲ ਹੀ ਦੱਸਿਆ ਗਿਆ ਕਿ ਇਸ ਸੰਬੰਧੀ ਕਿਹੜੇ ਕਦਮ ਚੁੱਕਣੇ ਜ਼ਰੂਰੀ ਨੇ ਤਾਂ ਕਿ ਇਸ ਘਾਟੇ ਨੂੰ ਪੂਰਾ ਕੀਤਾ ਜਾ ਸਕੇ। ਇੱਕ ਰਿਪੋਰਟ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਸਾਲ 2033 ਤੱਕ 40% ਤੋਂ ਵੱਧ ਫਾਰਮ ਆਪਰੇਟਰਸ ਰਿਟਾਇਰ ਹੋ ਜਾਣਗੇ ਤੇ ਇਸ ਦੇ ਪਿੱਛੇ ਸ਼ਾਰਟੇਜ ਪੈ ਜਾਵੇਗੀ।
ਇਹ ਰਿਪੋਰਟ ਰਾਇਲ ਬੈਂਕ ਆਫ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ तमाम ਗੱਲਾਂ ਦਾ ਜ਼ਿਕਰ ਕੀਤਾ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਨਰਲ ਫਾਰਮ, ਨਰਸਰੀ ਅਤੇ ਗ੍ਰੀਨ ਹਾਊਸ ਆਪਰੇਟਰਸ ਦੀ ਜੋ ਸ਼ਾਰਟੇਜ ਹੋਵੇਗੀ ਉਸ ਦਾ ਅੰਕੜਾ 24,000 ਤੱਕ ਪਹੁੰਚ ਜਾਵੇਗਾ। ਇਸ ਦਾ ਹੱਲ ਕੱਢਣ ਵਾਸਤੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਾਲ 2033 ਤੱਕ ਉਹਨਾਂ ਨੂੰ 30,000 ਵਾਧੂ PR ਸਵਾਗਤ ਕਰਨ ਦਾ ਟਾਰਗੇਟ ਰੱਖਣਾ ਚਾਹੀਦਾ ਹੈ ਤਾਂ ਕਿ ਇਸ ਸ਼ਾਰਟੇਜ ਨੂੰ ਪੂਰਾ ਕੀਤਾ ਜਾ ਸਕੇ। ਤੇ ਨਾਲ ਉਹਨਾਂ ਵੱਲੋਂ ਹੋਰ ਵੀ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਨਾਲ ਇਸ ਘਾਟੇ ਨੂੰ ਪੂਰਾ ਕੀਤਾ ਜਾਵੇਗਾ। ਰਿਪੋਰਟ ਦੇ ਰਾਹੀਂ ਦੱਸਿਆ ਗਿਆ ਹੈ ਕਿ ਐਗਰੀਕਲਚਰ ਸੈਕਟਰ ਦੇ ਉੱਪਰ ਇਸ ਘਾਟੇ ਦਾ ਵੱਧ ਪ੍ਰਭਾਵ ਦੇਖਣ ਨੂੰ ਮਿਲੇਗਾ, ਜਿਸ ਕਾਰਨ ਚੀਜ਼ਾਂ ਉਗਾਉਣ ਦੇ ਉੱਪਰ ਵੀ ਇਸ ਦਾ ਅਸਰ ਨਜ਼ਰ ਆਵੇਗਾ। ਹੁਣ ਇਸ ਨੂੰ ਪੂਰਾ ਕਰਨਾ ਜ਼ਰੂਰੀ ਹੈ, ਜੋ ਕਿ ਰਿਪੋਰਟ ਦੇ ਵਿੱਚ ਦੱਸਿਆ ਗਿਆ। ਕੋਰੋਨਾ ਮਾਮਲਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਇੱਕ ਥਾਂ ਦੇ ਉੱਪਰ ਆਊਟਬ੍ਰੇਕ ਐਲਾਨ ਕਰ ਦਿੱਤੀ ਗਈ ਹੈ। ਨੋਵਾ ਸਕੋਸ਼ੀਆ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਕੋਰੋਨਾ ਆਊਟਬ੍ਰੇਕ ਦਾ ਐਲਾਨ ਕੀਤਾ ਗਿਆ। ਹੈਲਥ ਅਥਾਰਟੀਜ਼ ਵੱਲੋਂ ਕੋਵਿਡ-19 ਆਊਟਬ੍ਰੇਕ ਦਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਵੈਸਟਰਨ ਨੋਵਾ ਸਕੋਸ਼ੀਆ ਦੇ ਹਸਪੀਟਲ ਵਿੱਚ ਆਊਟਬ੍ਰੇਕ ਡਿਕਲੇਅਰ ਕੀਤੀ ਹੈ। ਜੀ ਹਾਂ, ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਅਸਰ ਦੇਖਣ ਨੂੰ ਮਿਲ ਰਿਹਾ। ਕੁਝ ਥਾਵਾਂ ਦੇ ਉੱਪਰ ਕੋਰੋਨਾ ਦੇ ਮਾਮਲੇ ਮੁੜ ਤੋਂ ਵਧੇ ਨੇ ਤੇ ਮਾਹਰਾਂ ਵੱਲੋਂ ਇਸ ਬਾਰੇ ਖਾਸ ਜਾਣਕਾਰੀ ਸਾਂਝੀ ਕੀਤੀ। ਵੈਸਟਰਨ ਨੋਵਾ ਸਕੋਸ਼ੀਆ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਯਾਰਮਾਊਥ ਰੀਜਨਲ ਹਸਪੀਟਲ ਦੇ ਵਿੱਚ ਕੋਵਿਡ-19 ਆਊਟਬ੍ਰੇਕ ਦਾ ਐਲਾਨ ਕੀਤਾ ਗਿਆ। ਇਸ ਬਾਰੇ ਨੋਵਾ ਸਕੋਸ਼ੀਆ ਹੈਲਥ ਅਥਾਰਟੀ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਬਹੁਤ ਘੱਟ ਮਰੀਜ਼ ਇਸ ਵਾਇਰਸ ਦੇ ਨਾਲ ਗ੍ਰਸਤ ਪਾਏ ਗਏ, ਪਰ ਇੱਕ ਵਾਰ ਫਿਰ ਤੋਂ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਰੋਕਣ ਸੰਬੰਧੀ ਵੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਆਉਣ ਜਾਣ ਵਾਲਿਆਂ ਦੇ ਉੱਪਰ ਵੀ ਹੁਣ ਕੁਝ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਜ਼ਿਕਰਯੋਗ ਹੈ ਕਿ ਹੈਲਥ ਅਥਾਰਟੀਜ਼ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਇਹਨਾਂ ਵਾਧੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਫਿਰ ਤੋਂ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਆਊਟਬ੍ਰੇਕਸ ਨੂੰ ਰੋਕਿਆ ਜਾਵੇ। ਇਹ ਵੀ ਦੱਸ ਦਈਏ ਕਿ ਕੁਝ ਵਿਸ਼ਵ ਦੇ ਹਿੱਸਿਆਂ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦੇਖੇ ਜਾ ਰਹੇ ਨੇ, ਜਿਸ ਨੂੰ ਲੈ ਕੇ ਲਗਾਤਾਰ ਸਿਹਤ ਵਿਭਾਗ ਜਾਣਕਾਰੀ ਸਾਂਝੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਈਸਟਰ ਦੀ ਵਧਾਈ ਦਿੱਤੀ ਤੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੀ ਆਪਣਾ ਪੱਖ ਰੱਖਦੇ ਤੇ ਆਪਣੇ ਵਿਚਾਰ ਇਸ ਸੰਬੰਧੀ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ ਨੇ। ਈਸਟਰ ਮੌਕੇ ਦੋਹਾਂ ਨੇਤਾਵਾਂ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਈਸਟਰ ਦੀ ਵਧਾਈ ਦਿੱਤੀ ਗਈ। ਦੋਹਾਂ ਨੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸੁਨੇਹਾ ਜਾਰੀ ਕੀਤਾ, ਜਿੱਥੇ ਦੋਹਾਂ ਲੀਡਰਸ ਦਾ ਕਹਿਣਾ ਹੈ ਹੈਪੀ ਈਸਟਰ। ਇਹਨਾਂ ਦੋਹਾਂ ਨੇਤਾਵਾਂ ਵੱਲੋਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Hello everyone and happy Easter. Today my family will join Christians around the world to commemorate the death and resurrection of Jesus Christ. Many Canadians take this time to go to church, spend time with family and friends, and hunt for Easter eggs with the little ones. As the holiest day in the Christian calendar, Easter is not only about the traditions we hold dear, it's also about reflecting on the values that Jesus Christ lived, taught, and shared. Values of love, kindness, forgiveness. And Canadians of Christian faith strive to live out these values all year long. Whether you help seniors and new immigrants in your community, donate to causes close to your heart, or look out for those in need, I want to say thank you. You are showing us all what it means to love our neighbours as ourselves, and you're helping us build a better future for everyone. Once again, from my family to yours, I wish everyone celebrating a very happy Easter. He is risen. At Easter, Christians around the world celebrate the promise of hope fulfilled by the miracle of the resurrection. Through the life, death, and resurrection of Jesus Christ, the world has received the gospel, the good news, the message of salvation that his resurrection brings to us all. This Easter season, may this message of love, hope, and new beginnings bring comfort and encouragement to us all. From my family to yours, happy Easter. ਇੱਕ ਬੱਚੇ ਨਾਲ ਦਲਾਈ ਲਾਮਾ ਦੀ ਵੀਡੀਓ ਵਾਇਰਲ ਹੋਈ, ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਮੁਆਫੀ ਮੰਗਣੀ ਪਈ ਹੈ। ਜਦੋਂ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਈ ਤਾਂ ਬਹੁਤੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਦਲਾਈ ਲਾਮਾ ਨੂੰ ਹੁਣ ਇਸ ਸੰਬੰਧੀ ਮੁਆਫੀ ਮੰਗਣੀ ਪਈ। ਦਲਾਈ ਲਾਮਾ ਨੂੰ ਮੁਆਫੀ ਮੰਗਣੀ ਪਈ ਹੈ ਕਿਉਂਕਿ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਗਈ। ਦਰਅਸਲ ਦਲਾਈ ਲਾਮਾ ਨੇ ਬੱਚੇ ਨੂੰ ਚੁੰਮਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ ਤੇ ਹੁਣ ਉਹਨਾਂ ਵੱਲੋਂ ਇਸ ਸੰਬੰਧੀ ਮੁਆਫੀ ਮੰਗੀ ਗਈ ਹੈ। ਤਿੱਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਬੱਚੇ ਨਾਲ ਆਪਣੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਮੁਆਫੀ ਮੰਗੀ।
ਦਲਾਈ ਲਾਮਾ ਨਾਲ ਸੰਬੰਧਿਤ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਉਹ ਇੱਕ ਨਾਬਾਲਗ ਬੱਚੇ ਨੂੰ ਚੁੰਮਦੇ ਹੋਏ ਦਿਖਾਈ ਦੇ ਰਹੇ ਹਨ। ਵੈਬਸਾਈਟ ਦੇ ਉੱਪਰ ਉਹਨਾਂ ਵੱਲੋਂ ਇੱਕ ਬਿਆਨ ਪੋਸਟ ਕੀਤਾ ਗਿਆ ਜਿਸ ਵਿੱਚ ਕਿਹਾ ਕਿ ਦਲਾਈ ਲਾਮਾ ਨੂੰ ਇਸ ਘਟਨਾ ਲਈ ਅਫਸੋਸ ਹੈ ਤੇ ਉਹ ਉਸ ਬੱਚੇ, ਉਸਦੇ ਪਰਿਵਾਰ ਅਤੇ ਦੁਨੀਆ ਭਰ ਵਿੱਚ ਮੌਜੂਦ ਆਪਣੇ ਦੋਸਤਾਂ ਜਿਨ੍ਹਾਂ ਵਿੱਚ ਇਸ ਨੂੰ ਠੇਸ ਪਹੁੰਚੀ ਹੈ ਉਹਨਾਂ ਤੋਂ ਮੁਆਫੀ ਮੰਗਦੇ ਨੇ। ਇਹ ਘਟਨਾ ਫਰਵਰੀ ਮਹੀਨੇ ਵਿੱਚ ਧਰਮਸ਼ਾਲਾ ਦੇ ਮੰਦਿਰ ਵਿੱਚ ਇੱਕ ਜਨਤਕ ਇਕੱਠ ਦੌਰਾਨ ਸਾਹਮਣੇ ਆਈ। ਦਲਾਈ ਲਾਮਾ ਸਰੋਤਿਆਂ ਤੋਂ ਸਵਾਲ ਲੈ ਰਹੀ ਸੀ ਜਦੋਂ ਉਹਨਾਂ ਵੱਲੋਂ ਬੱਚੇ ਨੂੰ ਪੁੱਛਿਆ ਗਿਆ ਕਿ ਉਹ ਉਸ ਨੂੰ ਗਲੇ ਲਗਾ ਸਕਦੇ ਹਨ। ਦਲਾਈ ਲਾਮਾ ਨੇ ਉਸ ਬੱਚੇ ਨੂੰ ਆਪਣੇ ਕੋਲ ਬੁਲਾਇਆ। ਇਸ ਦੌਰਾਨ ਜੋ ਵੀਡੀਓ ਸਾਹਮਣੇ ਆਈ ਉਹ ਕਾਫੀ ਜ਼ਿਆਦਾ ਵਾਇਰਲ ਹੋ ਗਈ। ਪਰ ਇਸ ਵੀਡੀਓ ਵਾਇਰਲ ਹੋਣ ਤੇ ਸੋਸ਼ਲ ਮੀਡੀਆ ਉੱਪਰ ਲੋਕਾਂ ਨੇ ਦਲਾਈ ਲਾਮਾ ਉੱਪਰ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਤੇ ਕੁਝ ਯੂਜ਼ਰਸ ਨੇ ਦਲਾਈ ਲਾਮਾ ਦੇ ਵਿਵਹਾਰ ਨੂੰ ਗਲਤ ਵੀ ਦੱਸਿਆ। ਦੱਸੀਏ ਕਿ ਦਲਾਈ ਲਾਮਾ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਉਸ ਵਿੱਚ ਉਹਨਾਂ ਕਿਹਾ ਕਿ ਦਲਾਈ ਲਾਮਾ ਅਕਸਰ ਇਸ ਤਰ੍ਹਾਂ ਲੋਕਾਂ ਨੂੰ ਮਜ਼ਾਕੀਆ ਅਤੇ ਮਾਸੂਮ ਅੰਦਾਜ਼ ਵਿੱਚ ਮਿਲਦੇ ਹਨ, ਜਨਤਕ ਤੌਰ ਤੇ ਕੈਮਰੇ ਸਾਹਮਣੇ ਵੀ। ਉਹਨਾਂ ਨੂੰ ਇਸ ਘਟਨਾ ਤੇ ਅਫਸੋਸ ਹੈ। ਦੱਸ ਦਈਏ ਕਿ ਦਲਾਈ ਲਾਮਾ ਨੇ 1959 ਵਿੱਚ ਚੀਨੀ ਸ਼ਾਸਨ ਦੇ ਵਿਰੁੱਧ ਅਸਫਲ ਵਿਦਰੋਹ ਤੋਂ ਬਾਅਦ ਤਿੱਬਤ ਤੋਂ ਹਿਜਰਤ ਕਰਨ ਮਗਰੋਂ ਧਰਮਸ਼ਾਲਾ ਨੂੰ ਆਪਣਾ ਮੁੱਖ ਦਫ਼ਤਰ ਬਣਾਇਆ। ਭਾਵੇਂ ਭਾਰਤ ਤਿੱਬਤ ਤੋਂ ਜਲਾਵਤਨ ਹੋਇਆ ਪਨਾਹ ਦਿੰਦਾ ਹੈ ਪਰ ਉਹ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਦੇ ਹਨ। ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਜੋ ਤੂਫਾਨ ਆਇਆ ਉਸ ਦਾ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ। ਬਹੁਤ ਸਾਰੇ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਨੇ। ਪਹਿਲਾਂ 1 ਮਿਲੀਅਨ ਦੇ ਕਰੀਬ ਘਰਾਂ ਦੀ ਬਿਜਲੀ ਗੁੱਲ ਹੋ ਗਈ ਸੀ ਜਿਸ ਨੂੰ ਲਗਾਤਾਰ ਠੀਕ ਕੀਤਾ ਜਾ ਰਿਹਾ ਹੈ ਤੇ ਤਾਜ਼ਾ ਅਪਡੇਟ ਦੇ ਵਿੱਚ ਦੱਸਿਆ ਗਿਆ ਕਿ ਕਿੰਨੇ ਲੋਕ ਇਸ ਸਮੇਂ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਤੂਫਾਨ ਕਾਰਨ ਕੈਨੇਡਾ ਦੇ ਅਲੱਗ-ਅਲੱਗ ਹਿੱਸੇ ਪ੍ਰਭਾਵਿਤ ਹੋਏ ਨੇ ਜਿਸ ਤੋਂ ਬਾਅਦ ਇਸ ਬਾਰੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਹਾਈਡਰੋ-ਕਿਊਬਿਕ ਦੇ ਕਰੀਬ 40,000 ਕਸਟਮਰਜ਼ ਅਜੇ ਵੀ ਬਿਜਲੀ ਸੇਵਾਵਾਂ ਤੋਂ ਦੂਰ ਹਨ। ਕੁਝ ਜਗ੍ਹਾ ਦੇ ਉੱਪਰ ਬਿਜਲੀ ਸੇਵਾਵਾਂ ਠੀਕ ਕਰ ਦਿੱਤੀਆਂ ਗਈਆਂ। ਦਰਅਸਲ ਪਿਛਲੇ ਹਫ਼ਤੇ ਜ਼ਬਰਦਸਤ ਬਰਫੀਲੇ ਤੂਫਾਨ ਤੋਂ ਬਾਅਦ ਨੁਕਸਾਨੀਆਂ ਗਈਆਂ ਪਾਵਰ ਲਾਈਨਾਂ ਕਾਰਨ ਹਾਈਡਰੋ-ਕਿਊਬਿਕ ਦੇ ਹਜ਼ਾਰਾਂ ਕਸਟਮਰਜ਼ ਅਜੇ ਵੀ ਬਿਜਲੀ ਸੇਵਾ ਤੋਂ ਦੂਰ ਹਨ। ਸਵੇਰੇ 4 ਵਜੇ ਤੱਕ ਕਰੀਬ 40,000 ਕਸਟਮਰਜ਼ ਵਾਸਤੇ ਬਿਜਲੀ ਠੱਪ ਪਈ ਸੀ। ਹਾਈਡਰੋ-ਕਿਊਬਿਕ ਦੇ ਆਪਰੇਸ਼ਨਸ ਦੇ ਵਾਈਸ ਪ੍ਰੈਜ਼ੀਡੈਂਟ ਵੱਲੋਂ ਦੱਸਿਆ ਗਿਆ ਕਿ ਬਿਜਲੀ ਤੋਂ ਸੱਖਣੇ ਹੋਏ 1 ਮਿਲੀਅਨ ਤੋਂ ਵੱਧ ਕਸਟਮਰਜ਼ ਵਿੱਚੋਂ 90% ਦੀ ਬਿਜਲੀ ਸੇਵਾਵਾਂ ਠੀਕ ਕਰ ਦਿੱਤੀਆਂ ਗਈਆਂ ਨੇ। ਇਸ ਵਿੱਚ ਸ਼ਨੀਵਾਰ ਨੂੰ 1,80,000 ਕਸਟਮਰਜ਼ ਦੀ ਬਿਜਲੀ ਬਹਾਲ ਕੀਤੀ ਗਈ ਸ਼ਾਮਿਲ ਹੈ। ਹਾਈਡਰੋ-ਕਿਊਬਿਕ ਦਾ ਕਹਿਣਾ ਹੈ ਕਿ ਕੁਝ ਪਾਵਰ ਆਊਟੇਜ ਮੰਗਲਵਾਰ ਤੋਂ ਪਹਿਲਾਂ ਠੀਕ ਹੋਣ ਦੀ ਉਹਨਾਂ ਨੂੰ ਉਮੀਦ ਹੈ। ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਦੀਆਂ ਕੁਝ ਰਿਪੋਰਟਾਂ ਤੋਂ ਬਾਅਦ ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਘਰਾਂ ਦੇ ਅੰਦਰ ਫਿਊਲ ਬਾਲਣ ਉਪਕਰਨਾਂ ਦੀ ਵਰਤੋਂ ਨਾ ਕਰਨ। ਮੌਂਟਰੀਅਲ ਪਬਲਿਕ ਹੈਲਥ ਮੁਤਾਬਕ ਬੁੱਧਵਾਰ ਤੋਂ ਐਤਵਾਰ ਤੱਕ ਐਮਰਜੈਂਸੀ ਰੂਮਸ ਵਿੱਚ ਕਾਰਬਨ ਮੋਨੋਆਕਸਾਈਡ ਦੇ ਜ਼ਹਿਰ ਦੇ 180 ਮਾਮਲੇ ਰਿਪੋਰਟ ਹੋ ਚੁੱਕੇ ਨੇ। ਅਲਬਰਟਾ ਦੇ ਪ੍ਰੀਮੀਅਰ ਦੀ ਇੱਕ ਕਾਲ ਰਿਕਾਰਡਿੰਗ ਲੀਕ ਹੋਈ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਕੌਣ ਜਾਂਚ ਕਰੇਗਾ ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਕੋਰੋਨਾ ਪੈਂਡੈਮਿਕ ਦੇ ਨਾਲ ਜੁੜੀ ਹੋਈ ਗੱਲਬਾਤ ਉਹਨਾਂ ਵੱਲੋਂ ਪਾਦਰੀ ਦੇ ਨਾਲ ਕੀਤੀ ਗਈ ਜਿਸ ਤੋਂ ਬਾਅਦ ਇਹ ਕਾਲ ਲੀਕ ਹੋ ਗਈ। ਪ੍ਰੀਮੀਅਰਸ ਨੇ ਨਿਆਂ ਪ੍ਰਸ਼ਾਸਨ ਵਿੱਚ ਦਖਲ ਦਿੱਤਾ ਜਾਂ ਨਹੀਂ ਇਸ ਬਾਰੇ ਐਲਬਰਟਾ ਐਥਿਕਸ ਕਮਿਸ਼ਨਰ ਹੁਣ ਜਾਂਚ ਕਰਨਗੇ। ਜੀ ਹਾਂ, ਐਲਬਰਟਾ ਦੀ ਪ੍ਰੀਮੀਅਰ ਨੇ ਨਿਆਂ ਪ੍ਰਸ਼ਾਸਨ ਵਿੱਚ ਦਖਲ ਅੰਦਾਜ਼ੀ ਕੀਤੀ ਸੀ ਜਾਂ ਨਹੀਂ ਇਹ ਨਿਰਧਾਰਿਤ ਕਰਨ ਵਾਸਤੇ ਸੂਬੇ ਦੇ ਐਥਿਕਸ ਕਮਿਸ਼ਨਰ ਵੱਲੋਂ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਪ੍ਰੀਮੀਅਰ ਦੇ ਦਫ਼ਤਰ ਨੇ ਇਸ ਬਾਰੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਕਿ ਪ੍ਰੀਮੀਅਰ ਨੇ ਇਸ ਜਾਂਚ ਦਾ ਸਵਾਗਤ ਕੀਤਾ। ਪ੍ਰੀਮੀਅਰ ਦਫ਼ਤਰ ਦੀ ਸਪੋਕਸਪਰਸਨ ਦਾ ਕਹਿਣਾ ਹੈ ਕਿ ਪ੍ਰੀਮੀਅਰ ਕਮਿਸ਼ਨਰ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਹਨ ਅਤੇ ਉਹਨਾਂ ਨੂੰ ਯਕੀਨ ਹੈ ਕਿ ਇਹ ਜਾਂਚ ਪੁਸ਼ਟੀ ਕਰੇਗੀ ਕਿ ਉਹਨਾਂ ਨੇ ਅਜਿਹੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੀ ਇੱਕ ਫੋਨ ਰਿਕਾਰਡਿੰਗ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿੱਚ ਸਮਿਥ ਕਥਿਤ ਤੌਰ ਤੇ ਕੈਲਗਰੀ ਦੇ ਇੱਕ ਪਾਦਰੀ ਦੀ ਪੇਸ਼ੀ ਤੋਂ ਕੁਝ ਹਫ਼ਤੇ ਪਹਿਲਾਂ ਉਸ ਨਾਲ ਗੱਲਬਾਤ ਦੌਰਾਨ ਉਸ ਉੱਪਰ ਕੋਵਿਡ ਪੈਂਡੈਮਿਕ ਸੰਬੰਧੀ ਲੱਗੇ ਦੋਸ਼ਾਂ ਬਾਰੇ ਗੱਲ ਕਰਦੇ ਹਨ। ਵਿਰੋਧੀ ਧਿਰ ਐਨਡੀਪੀ ਵੱਲੋਂ ਲਗਾਤਾਰ ਇਸ ਮਾਮਲੇ ਵਿੱਚ ਸੁਤੰਤਰ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਐਥਿਕਸ ਕਮਿਸ਼ਨਰ ਨੂੰ 31 ਮਾਰਚ ਨੂੰ ਭੇਜੇ ਇੱਕ ਪੱਤਰ ਵਿੱਚ ਐਨਡੀਪੀ ਜਸਟਿਸ ਕ੍ਰਿਟਿਕ ਨੇ ਲਿਖਿਆ ਸੀ ਕਿ ਉਹ ਵੀਡੀਓ ਉਹਨਾਂ ਦੀ ਸ਼ਿਕਾਇਤ ਦਾ ਆਧਾਰ ਹੈ। ਉਹਨਾਂ ਲਿਖਿਆ ਕਿ ਇਹ ਪੂਰੀ ਗੱਲਬਾਤ ਕਈ ਨੁਕਤਿਆਂ ਤੋਂ ਡੂੰਘੀ ਸਮੱਸਿਆ ਵਾਲੀ ਹੈ ਜਿਸ ਵਿੱਚ ਕਾਨੂੰਨ, ਰਾਜ, ਨਿਆਇਕ ਆਜ਼ਾਦੀ ਅਤੇ ਸਾਡੀ ਲੋਕਤੰਤਰ ਲਈ ਇਸ ਦੇ ਪ੍ਰਭਾਵ ਸ਼ਾਮਿਲ ਹਨ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਇੱਕ ਵਾਰ ਫਿਰ ਤੋਂ ਟਰੂਡੋ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਘਰਾਂ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਟਰੂਡੋ ਸਰਕਾਰ ਤੇ ਸਵਾਲ ਖੜੇ ਕੀਤੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਘਰਾਂ ਦਾ ਜ਼ਿਕਰ ਕੀਤਾ ਤੇ ਟਰੂਡੋ ਸਰਕਾਰ ਉੱਪਰ ਕਈ ਸਵਾਲ ਵੀ ਖੜੇ ਕੀਤੇ ਹਨ।
ਕੀ ਕਹਿਣਾ ਹੈ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। We're going to bring homes that people can afford. I'll tell you how we'll do it. The problem right now is that the government gatekeepers stand in the way of housing construction. In the city of Vancouver, government regulation, taxes, development charges add up to $600,000 for every unit of housing. 600 grand of every house, every condo is actually not material, labor, or even the dirt under our feet. It's actually just bureaucracy. They don't want more construction. They want to protect privileged neighborhoods. The aristocrats who live behind the castle walls get to protect themselves from having any neighbors. But meanwhile, those outside the castle walls are left living in homeless poverty or renting 400 square foot apartments, living in their mom's basement. I asked a crowd in Vancouver, what do you do if you're 35 and you're living in your mom's basement? How do you even bring home a date? And a lady said, very carefully. But you can think of the psychological damage it does if you can't own a home, you can't start a family, can't build credit history or collateral. We need to restore the dream of home ownership, and this is how we're going to do it. A Poilievre government will link the number of infrastructure dollars a city gets to the number of houses it allows to be completed. Those cities that block housing construction will get fined by clawing back their federal infrastructure money. But those that get out of the way and let builders build will get a building bonus with extra infrastructure dollars to incentivize the construction. Every single federally funded transit station will have to be pre-approved for high-density apartments and condos so that our young people and seniors don't have to even own a car. We're also going to make it possible to build new residences in former government headquarters. We have these big, ugly government buildings that are largely empty, 37,000 of them. I'm going to sell off 15% of them and turn them into housing. ਅਲਬਰਟਾ ਤੋਂ ਖਬਰ ਸਾਹਮਣੇ ਆਈ ਜਿੱਥੇ ਆਰਸੀਐਮਪੀ ਆਫੀਸਰ ਦੇ ਨਾਲ ਹਾਦਸਾ ਵਾਪਰਿਆ ਤੇ ਉਹਨਾਂ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਰਾਤ ਵੇਲੇ ਘਟਨਾ ਵਾਪਰੀ ਜਿੱਥੇ ਉਹ ਕਾਫੀ ਜ਼ਿਆਦਾ ਜ਼ਖਮੀ ਹੋ ਗਏ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹਾਦਸੇ ਵਿੱਚ ਅਲਬਰਟਾ ਆਰਸੀਐਮਪੀ ਅਧਿਕਾਰੀ ਦੀ ਜਾਨ ਚਲੀ ਗਈ ਤੇ ਪੁਲਿਸ ਨੇ ਇਸ ਬਾਰੇ ਅਪਡੇਟ ਜਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਵੇਲੇ ਜੋ ਘਟਨਾ ਵਾਪਰੀ ਹੈ ਉੱਥੇ ਆਰਸੀਐਮਪੀ ਆਫੀਸਰ ਦੀ ਜਾਨ ਚਲੀ ਗਈ। ਇਸ ਬਾਰੇ ਜੋ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਉਸ ਤਹਿਤ ਦੱਸਿਆ ਗਿਆ ਕਿ ਘਟਨਾ 2 ਵਜੇ ਦੇ ਕਰੀਬ ਵਾਪਰੀ ਜਿੱਥੇ ਅਧਿਕਾਰੀ ਨੂੰ ਗੰਭੀਰ ਸੱਟਾਂ ਆਈਆਂ। ਇਹ ਮਾਮਲਾ ਟਾਊਨਸ਼ਿਪ ਰੋਡ 540 ਤੋਂ ਸਾਹਮਣੇ ਆਇਆ ਜਿੱਥੇ ਸੋਸ਼ਲ ਮੀਡੀਆ ਪੋਸਟ ਰਾਹੀਂ ਵੀ ਕੈਲਗਰੀ ਪੁਲਿਸ ਸਰਵਿਸ ਵੱਲੋਂ ਦੱਸਿਆ ਗਿਆ ਕਿ ਜਿਹੜਾ ਆਫੀਸਰ ਡਿਊਟੀ ਉੱਪਰ ਸੀ ਉਸ ਨਾਲ ਹਾਦਸਾ ਵਾਪਰਿਆ ਤੇ ਉਸ ਦੀ ਜਾਨ ਚਲੀ ਗਈ ਹੈ। ਇਸ ਤੋਂ ਇਲਾਵਾ ਆਰਸੀਐਮਪੀ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਜਾਣਕਾਰੀ ਤਾਂ ਸਾਂਝੀ ਕੀਤੀ ਗਈ ਹੈ ਪਰ ਉਹਨਾਂ ਨੇ ਪੀੜਤ ਦੀ ਪਹਿਚਾਣ ਨਹੀਂ ਦੱਸੀ। This is never the kind of news that we want to share. Constable Harvinder Singh Dhami, known to everyone as Harvey of the Strathcona RCMP detachment, was killed in the line of duty this morning at 2 a.m. Constable Dhami was involved in a motor vehicle accident while responding to assist members with a noise complaint. While en route to the call, his vehicle struck a large concrete abutment or barrier. Despite efforts of the emergency personnel and civilians on scene, Harvey succumbed to his injuries. Constable Dhami graduated Depot in 2019 and was posted to the Strathcona Municipal Detachment. Right from the time he started at Depot, Harvey was known as someone who was mature with a strong sense of responsibility. He was hardworking, dependable, and so well liked by everyone around him. This was so evident this morning in speaking with his watchmates and colleagues here in the detachment. Constable Dhami took great pride in wearing the uniform, and we were very proud to have him on our team. Harvey is survived by his wife, Ravinder, and her family, his mother, his sister, and his brother. Losing a member of our police service and a member of the community is incredibly difficult. We're very appreciative of the support that's been extended to the family, our staff, and the community. I'd like to now ask Superintendent Dale Kendall, our officer in charge of Strathcona Detachment, to speak about Harvey's time here in Strathcona.
ਮਾਲ ਵਿੱਚ ਗੋਲੀਆਂ ਚੱਲੀਆਂ, 3 ਜਣਿਆਂ ਦੀ ਗੋਲੀ ਲੱਗਣ ਕਾਰਨ ਜਾਨ ਚਲੀ ਗਈ ਤੇ ਕਈ ਜ਼ਖਮੀ ਦੱਸੇ ਜਾ ਰਹੇ ਨੇ। ਫਿਲਹਾਲ ਇਸ ਮਾਮਲੇ ਸੰਬੰਧੀ ਜਾਂਚ ਪੜਤਾਲ ਜਾਰੀ ਹੈ ਤੇ ਬਹੁਤੀ ਅਪਡੇਟ ਨਹੀਂ ਦਿੱਤੀ ਗਈ। ਮਾਲ ਵਿੱਚ ਗੋਲੀਆਂ ਚੱਲੀਆਂ, ਜਿੱਥੇ 3 ਜਣਿਆਂ ਦੀ ਗੋਲੀ ਲੱਗਣ ਕਾਰਨ ਜਾਨ ਚਲੀ ਗਈ ਤੇ 5 ਜ਼ਖਮੀ ਦੱਸੇ ਜਾ ਰਹੇ ਨੇ। ਪੁਲਿਸ ਅਧਿਕਾਰੀਆਂ ਵੱਲੋਂ ਹੁਣ ਤੱਕ ਦੀ ਅਪਡੇਟ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਮਾਲ ਵਿੱਚ ਸ਼ਨੀਵਾਰ ਰਾਤ ਨੂੰ ਗੋਲੀਬਾਰੀ ਹੋਈ, ਜਿੱਥੇ 5 ਜਣੇ ਜ਼ਖਮੀ ਹੋ ਗਏ ਤੇ 3 ਦੀ ਜਾਨ ਚਲੀ ਗਈ ਹੈ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਅਜੇ ਉਹਨਾਂ ਨੂੰ ਸਸਪੈਕਟ ਬਾਰੇ ਕੋਈ ਬਹੁਤੀ ਅਪਡੇਟ ਨਹੀਂ ਮਿਲ ਸਕੀ। ਦੱਸ ਦਈਏ ਕਿ ਜਿਹੜੇ ਮਾਲ ਦੇ ਵਿੱਚ ਗੋਲੀਬਾਰੀ ਹੋਈ ਹੈ ਉਹ ਪੈਨਸਿਲਵੇਨੀਆ ਦੇ ਵਿੱਚ ਸਥਿਤ ਸੀ ਤੇ ਸਸਪੈਕਟ ਬਾਰੇ ਅਜੇ ਕੋਈ ਬਹੁਤੀ ਅਪਡੇਟ ਜਾਰੀ ਨਹੀਂ ਕੀਤੀ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇੱਥੇ ਪਹਿਲਾਂ ਕੁਝ ਲੋਕਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ, ਜਿਸ ਤੋਂ ਬਾਅਦ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਗੋਲੀਆਂ ਚਲਾ ਦਿੱਤੀਆਂ ਗਈਆਂ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਸ ਨਾਲ ਆਮ ਲੋਕਾਂ ਨੂੰ ਕੋਈ ਵੀ ਖਤਰਾ ਨਹੀਂ ਹੈ। ਜਿਹੜੇ 3 ਜਣਿਆਂ ਨੂੰ ਗੋਲੀ ਲੱਗੀ ਉਹ ਫੂਡ ਕੋਰਟ ਏਰੀਆ ਵੱਲ ਮੌਜੂਦ ਸਨ। ਇਸ ਤੋਂ ਇਲਾਵਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਪੀੜਤਾਂ ਦੇ ਬਾਰੇ ਕੋਈ ਬਹੁਤੀ ਅਪਡੇਟ ਜਾਰੀ ਨਹੀਂ ਕੀਤੀ ਗਈ, ਉਹਨਾਂ ਦੇ ਨਾਮ ਨਹੀਂ ਦੱਸੇ ਗਏ। ਪੁਲਿਸ ਅਧਿਕਾਰੀ ਮਾਮਲੇ ਦੇ ਸੰਬੰਧ ਵਿੱਚ ਜਾਂਚ ਪੜਤਾਲ ਕਰ ਰਹੇ ਨੇ, ਜਿਸ ਤੋਂ ਬਾਅਦ ਉਹ ਅਗਲੀ ਅਪਡੇਟ ਜਾਰੀ ਕਰਨਗੇ। ਫਿਲਹਾਲ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਈਸਟਰ ਮੌਕੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਖਾਸ ਆਯੋਜਨ ਕੀਤਾ ਗਿਆ। ਇਹ ਆਯੋਜਨ ਉਹਨਾਂ ਵੱਲੋਂ ਤੇ ਉਹਨਾਂ ਦੀ ਪਤਨੀ ਵੱਲੋਂ ਕੀਤਾ ਗਿਆ, ਜੋ ਕਿ ਵਾਈਟ ਹਾਊਸ ਵਿੱਚ ਸੀ। ਵਾਈਟ ਹਾਊਸ ਵੱਲੋਂ ਈਸਟਰ ਐਗ ਰੋਲ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਸਟ ਲੇਡੀ ਵੱਲੋਂ ਕਰਵਾਇਆ ਗਿਆ, ਜਿੱਥੇ ਦੋਵੇਂ ਹੀ ਖਾਸ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ। Welcome to the Easter egg roll. As your First Lady and as a teacher, I've seen again and again, learning doesn't only happen in a classroom. There are so many fun opportunities to learn around us every day. And that's why we wanted to celebrate our Easter egg roll. So we turned to the South Lawn into a school community. What brings it to life is all of you. Your laughter, your joy, the art you create, and the memories you take home with you. That is what makes this event so special. So today, we hope you learn, explore, and grow by listening to a story in the reading nook, rolling some eggs, playing with circuit boards, or building robots. And most of all, having fun. Welcome to your house, the White House. Happy Easter. Because of all the good people here and throughout the country. Ladies and gentlemen, what I see looking across the South Lawn is a country made up of possibilities. Anything's possible in America if we remember who we are and we do it together. So have a wonderful, wonderful time here at the People's House. God bless you all and may God protect our troops. Happy Easter. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਨੂੰ ਦੁੱਗਣਾ ਕਰਨ ਦੀ ਤਿਆਰੀ, ਓਨਟਾਰੀਓ ਕਰੇਗਾ $25 ਮਿਲੀਅਨ ਖਰਚ। 5 ਸੂਬਿਆਂ ਤੋਂ ਇਮੀਗ੍ਰੇਸ਼ਨ ਦੀ ਵੱਡੀ ਖਬਰ, ਕਈ ਉਮੀਦਵਾਰਾਂ ਨੂੰ ਮਿਲੇ ਸੱਦੇ। ਖੇਤਾਂ ਵਿੱਚ ਕੰਮ ਕਰਨ ਵਾਲਿਆਂ ਦੀ ਕਮੀ, ਰਿਪੋਰਟ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ। ਕਰੋਨਾ ਮਾਮਲਿਆਂ ਵਿੱਚ ਵਾਧਾ, ਨੋਵਾ ਸਕੋਸ਼ੀਆ ਤੋਂ ਆਈ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।